ਖਾਲਸਾ ਕਾਲਜ ਫॉर ਵਿਮੈਨ ਸਿੱਧਵਾਂ ਖੁਰਦ ਤੋਂ ਡਾਕਟਰ ਇੰਦਰਜੀਤ ਕੌਰ। ਅੱਜ ਅਸੀਂ ਗੱਲ ਕਰ ਰਹੇ ਹਾਂ ਨਾਵਲ ਅੰਨੇ ਘੋੜੇ ਦਾ ਦਾਨ, ਨਾਵਲਕਾਰ ਗੁਰਦਿਆਲ ਸਿੰਘ ਦੁਆਰਾ ਰਚਿਤ ਹੈ ਇਹ ਨਾਵਲ। ਅੰਨੇ ਘੋੜੇ ਦਾ ਦਾਨ ਨਾਵਲ ਵਿੱਚ ਨਾਵਲਕਾਰ ਨੇ ਆਧੁਨਿਕ ਪ੍ਰਭਾਵਾਂ ਦੇ ਸਿੱਟੇ ਵਜੋਂ ਜਾਗੀਰਦਾਰੀ ਅਤੇ ਸੀਰੀ ਵਰਗ ਦੇ ਰਿਸ਼ਤਿਆਂ ਵਿੱਚ ਵਾਪਰ ਰਹੀ ਤਬਦੀਲੀ ਨੂੰ ਇੱਕ ਪਾਸੇ ਵਸਾਵੇਕਿਆਂ ਅਤੇ ਦੂਜੇ ਪਾਸੇ ਮੇਲੂ ਦੇ ਬਾਪ ਅਤੇ ਧਰਮੇ ਵਰਗੇ ਨਿਮਨ ਵਰਗੀ ਪਾਤਰਾਂ ਦੇ ਦ੍ਰਿਸ਼ਟੀ ਬਿੰਦੂ ਵਿਚਲੇ ਤਣਾਅ ਰਾਹੀਂ ਉਘਾੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਤਬਦੀਲੀ ਕਾਰਨ ਸੀਰੀ ਭਾਵ ਨਿਮਨ ਵਰਗ ਦੀ ਸਥਿਤੀ ਪਹਿਲਾਂ ਨਾਲੋਂ ਵੀ ਬੱਤਰ ਹੋ ਰਹੀ ਹੈ। ਭੂਮੀਪਤੀ ਵਰਗ ਆਰਥਿਕ ਪੱਖੋਂ ਪਹਿਲਾਂ ਨਾਲੋਂ ਵੀ ਵਧੇਰੇ ਖੁਸ਼ਹਾਲ ਹੋ ਰਿਹਾ ਹੈ, ਪਰ ਨਿਮਨ ਵਰਗ ਕੋਲੋਂ ਨਾ ਰੋਜ਼ੀ ਰੋਟੀ ਹੈ ਅਤੇ ਪਹਿਲਾਂ ਤੋਂ ਮੌਜੂਦ ਜਿਹੜੇ ਸਾਧਨ ਵੀ ਸੀਗੇ ਉਹ ਵੀ ਉਹਦੇ ਕੋਲ ਖੁੱਸ ਰਹੇ ਨੇ, ਖਤਮ ਹੋ ਰਹੇ ਨੇ। ਇਹਨਾਂ ਸਾਧਨਾਂ ਦੇ ਖੁੱਸਣ ਦਾ ਸਿੱਟਾ ਇਸ ਵਰਗ ਦਾ ਜਿਉਣਾ ਹੋਰ ਵੀ ਦੁਰਲਭ ਹੋ ਰਿਹਾ ਹੈ। ਪ੍ਰੋਫੈਸਰ ਕਿਸ਼ਨ ਸਿੰਘ ਅਨੁਸਾਰ ਉਹ ਲਿਖਦੇ ਨੇ ਕਿ ਇਹ ਤਬਦੀਲੀ ਇੰਨੀ ਤੇਜ਼ੀ ਨਾਲ ਵਾਪਰ ਰਹੀ ਹੈ ਕਿ ਸਾਰੇ ਵਿਹੜੇ ਵਾਲੇ ਨਿਮਨ ਵਰਗ ਹੀ ਉਸ ਨਾਲ ਕਦਮ ਮਿਲਾ ਕੇ ਤੁਰਨ ਦੇ ਯੋਗ ਸਾਬਤ ਨਹੀਂ ਹੋ ਰਹੇ। ਸੋ ਅੰਨੇ ਘੋੜੇ ਦਾ ਦਾਨ ਵਿੱਚ ਇਸ ਤਬਦੀਲੀ ਨੂੰ ਦੋ ਸੰਦਰਭਾਂ ਵਿੱਚ ਚਿਤਰਿਆ ਗਿਆ ਹੈ। ਇੱਕ ਮੇਲੂ ਦੇ ਪਰਿਵਾਰ ਦੀ ਆਰਥਿਕ ਮੰਦਹਾਲੀ ਦੇ ਸੰਦਰਭ ਵਿੱਚ ਅਤੇ ਦੂਜਾ ਪਿੰਡ ਦੇ ਜਾਗੀਰਦਾਰਾਂ ਦੁਆਰਾ ਸਰਕਾਰੀ ਮਦਦ ਨਾਲ ਧਰਮੇ ਦਾ ਘਰ ਢਾਹ ਦੇਣ ਦੇ ਸੰਦਰਭ ਵਿੱਚ। ਮੇਲੂ ਆਪਣੇ ਮਾਲਕਾਂ ਦੀਆਂ ਜਾਤੀਆਂ ਤੋਂ ਤੰਗ ਆ ਕੇ ਉਹਨਾਂ ਨਾਲੋਂ ਸੀਰ ਛੱਡ ਜਾਂਦਾ ਹੈ ਅਤੇ ਪਿੰਡੋਂ ਸ਼ਹਿਰ ਜਾ ਕੇ ਰਿਕਸ਼ਾ ਵਾਹੁਣ ਲੱਗ ਪੈਂਦਾ ਹੈ। ਪਿੱਛੇ ਬਜ਼ੁਰਗ ਪਿਓ ਦੇ ਬਿਮਾਰ ਰਹਿਣ ਕਾਰਨ ਪਰਿਵਾਰ ਦੇ ਬਾਕੀ ਜੀਆਂ ਨੂੰ ਸਖਤ ਮਿਹਨਤ ਕਰਨੀ ਪੈਂਦੀ ਹੈ ਅਤੇ ਨਾਲ ਹੀ ਪਿੰਡ ਵਾਲਿਆਂ ਦੀਆਂ ਵਧੀਕੀਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ। ਮੇਲੂ ਦਾ ਛੋਟਾ ਭਰਾ ਛਿੰਦਾ ਪਿੰਡ ਵਾਲਿਆਂ ਦੇ ਖੇਤਾਂ ਵਿੱਚ ਡੰਗਰ ਚਾਰਨ ਜਾਂਦਾ ਹੈ ਤਾਂ ਖੇਤ ਦਾ ਉਜਾੜਾ ਕਰਨ ਦੇ ਬਹਾਨੇ ਉਸ ਨੂੰ ਕੁੱਟਿਆ ਜਾਂਦਾ ਹੈ ਅਤੇ ਨਾਲ ਹੀ ਇੱਕ ਪਸ਼ੂ ਨੂੰ ਕੱਸੀਆ ਮਾਰ ਕੇ ਜ਼ਖਮੀ ਕਰ ਦਿੱਤਾ ਜਾਂਦਾ ਹੈ। ਪਿੰਡ ਵਾਲਿਆਂ ਦੀ ਕਪਾਹ ਚੁਗਣ ਗਈ ਮੇਲੂ ਦੀ ਮਾਂ ਆਉਣ ਲੱਗੀ ਸਾਗ ਵਾਸਤੇ ਸਰੋਂ ਲਿਆਉਣ ਲੱਗਦੀ ਹੈ ਤਾਂ ਉਸ ਦੀ ਬੇਇੱਜ਼ਤੀ ਕੀਤੀ ਜਾਂਦੀ ਹੈ। ਅਜਿਹੇ ਹਾਲਾਤਾਂ ਤੋਂ ਤੰਗ ਆਇਆ ਮੇਲੂ ਦਾ ਪਰਿਵਾਰ ਸ਼ਹਿਰ ਜਾਣ ਦਾ ਸੁਪਨਾ ਸਿਰਜ ਲੈਂਦਾ ਹੈ, ਜਿੱਥੇ ਮੇਲੂ ਐਸ਼ ਕਰ ਰਿਹਾ ਹੈ ਤੇ ਕਿਸੇ ਦੀ ਹਿੜਕ ਨਹੀਂ ਝਿੜਕ ਨਹੀਂ। ਸ਼ਹਿਰ ਸੰਬੰਧੀ ਨਿਮਨ ਵਰਗ ਦੇ ਦ੍ਰਿਸ਼ਟੀ ਬਿੰਦੂ ਵਿਚਲੀ ਭ੍ਰਾਂਤੀ ਨੂੰ ਨਾਵਲਕਾਰ ਨੇ ਰਿਕਸ਼ੇ ਵਾਲਿਆਂ ਦੀ ਅਸਲ ਜ਼ਿੰਦਗੀ ਜੋ ਉਹ ਸ਼ਹਿਰ ਵਿੱਚ ਜੀ ਰਹੇ ਨੇ ਦੇ ਚਿੱਤਰਣ ਰਾਹੀਂ ਤੋੜਨ ਦੀ ਕੋਸ਼ਿਸ਼ ਵੀ ਕੀਤੀ ਹੈ। ਮੇਲੂ ਸ਼ਹਿਰ ਆ ਕੇ ਰਿਕਸ਼ਾ ਚਲਾਉਣਾ ਸ਼ੁਰੂ ਕਰਦਾ ਹੈ ਤਾਂ ਲੱਕ ਤੋੜਵੀਂ ਮਿਹਨਤ ਦੇ ਬਾਵਜੂਦ ਆਪਣੇ ਨਿੱਕੇ ਜਿਹੇ ਪਰਿਵਾਰ ਦਾ ਗੁਜ਼ਾਰਾ ਵੀ ਨਹੀਂ ਚਲਾ ਸਕਦਾ। ਸਖਤ ਮਿਹਨਤ ਅਤੇ ਮਾੜੀ ਖੁਰਾਕ ਕਾਰਨ ਸਰੀਰ ਤੋਂ ਵਿੱਤੋਂ ਬਹੁਤਾ ਕੰਮ ਲੈਣ ਲਈ ਉਹ ਨਸ਼ਿਆਂ ਦਾ ਸ਼ਿਕਾਰ ਹੋ ਜਾਂਦਾ ਹੈ। ਨਸ਼ੇ ਦੀ ਹਿਰਸ ਪੂਰੀ ਕਰਨ ਲਈ ਘਰ ਦੇ ਭਾਂਡੇ ਤੱਕ ਵੇਚ ਦਿੰਦਾ ਹੈ। ਮੇਲੂ ਦੇ ਦੂਜੇ ਸਾਥੀ ਦੁੱਲੇ ਤੇ ਧੀਰੂ ਦੀ ਹਾਲਤ ਵੀ ਉਸ ਨਾਲੋਂ ਵੀ ਜ਼ਿਆਦਾ ਬੱਤਰ ਹੈ। ਮੇਲੂ ਦੇ ਨਾਲੋਂ ਜ਼ਿਆਦਾ ਬੱਤਰ ਉਸ ਦੇ ਜਿਹੜੇ ਦੋ ਸਾਥੀ ਨੇ ਨਾਵਲਕਾਰ ਨੇ ਦੱਸੇ ਨੇ, ਦੁੱਲਾ ਤੇ ਧੀਰੂ, ਉਹਦੀ ਹਾਲਤ ਉਹਨਾਂ ਨਾਲੋਂ ਵੀ ਜ਼ਿਆਦਾ ਬੱਤਰ ਹੋ ਗਈ ਦੋਨਾਂ ਦੀ। ਨਿਮਨ ਵਰਗ ਨਾਲ ਸੰਬੰਧਿਤ ਪਾਤਰਾਂ ਦੇ ਦ੍ਰਿਸ਼ਟੀ ਬਿੰਦੂ ਦੀ ਇੱਕ ਸਮੱਸਿਆ ਇਹ ਵੀ ਹੈ ਕਿ ਉਹ ਆਪਣੀ ਸੀਮਤ ਸੂਝ ਕਾਰਨ ਆਪਸ ਵਿੱਚ ਹੀ ਲੜ ਰਿਹਾ ਹੈ। ਰਿਕਸ਼ੇ ਵਾਲਿਆਂ ਨੂੰ ਗਿਲਾ ਹੈ ਕਿ ਆਟੋ ਰਿਕਸ਼ਾ ਦੇ ਆ ਜਾਣ ਕਾਰਨ ਉਹਨਾਂ ਦਾ ਰੁਜ਼ਗਾਰ ਖੁੱਸ ਰਿਹਾ ਹੈ। ਆਪਣੀਆਂ ਮੰਗਾਂ ਨੂੰ ਲੈ ਕੇ ਰਿਕਸ਼ਾ ਚਾਲਕ ਜਲੂਸ ਕੱਢਦੇ ਹਨ ਤਾਂ ਉਹਨਾਂ ਨੂੰ ਪੁਲਿਸ ਕੋਲੋਂ ਡਾਂਗਾਂ ਖਾਣੀਆਂ ਪੈਂਦੀਆਂ ਹਨ। ਸਥਿਤੀ ਦਾ ਵਿਅੰਗ ਇਹ ਹੈ ਕਿ ਸ਼ਹਿਰ ਦੇ ਹਾਲਾਤ ਤੋਂ ਤੰਗ ਆ ਕੇ ਮੇਲੂ ਪਿੰਡ ਜਾਣ ਦੀ ਸੋਚ ਰਿਹਾ ਹੈ ਅਤੇ ਉਸ ਦਾ ਬਾਪ ਸ਼ਹਿਰ ਆ ਕੇ ਸੁੱਖ ਨਾਲ ਜਿਉਣ ਦੇ ਭਰਮ ਦਾ ਸ਼ਿਕਾਰ ਹੈ। ਇੱਥੇ ਨਾਵਲ ਵਿੱਚ ਸਥਿਤੀ ਕੁਝ ਨਿਰਾਸ਼ਾ ਵਾਲਾ ਪ੍ਰਭਾਵ ਸਿਰਜਦੀ ਪ੍ਰਤੀਤ ਹੁੰਦੀ ਹੈ। ਇੰਝ ਲੱਗਦਾ ਹੈ ਜਿਵੇਂ ਨਿਮਨ ਵਰਗ ਦਾ ਪਿੰਡ ਜਾਂ ਸ਼ਹਿਰ ਵਿੱਚ ਕਿਤੇ ਵੀ ਵਸੇਵਾ ਸੰਭਵ ਨਹੀਂ ਰਹਿ ਗਿਆ। ਇਸ ਨਾਵਲ ਵਿੱਚ ਨਿਮਨ ਵਰਗ ਦੀ ਸੰਕਟਗ੍ਰਸਤ ਸਥਿਤੀ ਦਾ ਇੱਕ ਹੋਰ ਪੱਖ ਧਰਮੇਕਿਆਂ ਦੇ ਦ੍ਰਿਸ਼ਟੀ ਬਿੰਦੂ ਦੇ ਰੂਪ ਵਿੱਚ ਪੇਸ਼ ਹੋਇਆ ਹੈ। ਪਿੰਡ ਦੇ ਭੂਮੀਪਤੀ ਵਸਾਵੇਕਿਆਂ ਨੇ ਆਪਣੇ ਬਾਗ ਦੀ ਰਾਖੀ ਲਈ ਧਰਮੇ ਦੇ ਪਰਿਵਾਰ ਨੂੰ ਉਹਨਾਂ ਦੇ ਜੱਦੀ ਪਿੰਡੋਂ ਘਰ ਛੁਡਾ ਕੇ ਇਸ ਪਿੰਡ ਵਿੱਚ ਲਿਆਂਦਾ ਅਤੇ ਆਪਣੀ ਜ਼ਮੀਨ ਵਿੱਚੋਂ ਇੱਕ ਕਨਾਲ ਥਾਂ ਉਹਨਾਂ ਨੂੰ ਦੇ ਦਿੱਤੀ। ਧਰਮੇ ਦੇ ਪਰਿਵਾਰ ਨੇ ਇੱਥੇ ਮਕਾਨ ਬਣਾ ਕੇ ਬਸੇਵਾ ਕਰ ਲਿਆ ਅਤੇ ਨਾਲ ਬਾਗ ਦੀ ਰਾਖੀ ਵੀ ਕਰਦੇ ਰਹੇ। ਉਦਯੋਗਿਕ ਵਿਕਾਸ ਕਾਰਨ ਸ਼ਹਿਰਾਂ ਨੇੜਲੇ ਪਿੰਡਾਂ ਦੀ ਜ਼ਮੀਨ ਦੀ ਕੀਮਤ ਵੱਧ ਜਾਣ ਕਾਰਨ ਵਸਾਵੇਕਿਆਂ ਨੇ ਵੀ ਆਪਣੀ ਜ਼ਮੀਨ ਨੂੰ ਵੇਚਣਾ ਚਾਹਿਆ। ਇਸ ਕਾਰਨ ਧਰਮੇ ਦਾ ਪਰਿਵਾਰ ਬੇਘਰ ਹੁੰਦਾ ਸੀ। ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਉਸ ਦਾ ਘਰ ਜ਼ਬਰਦਸਤੀ ਢਾਉਣ ਤੋਂ ਬਾਅਦ ਉਸ ਦੇ ਮੁੰਡਿਆਂ ਨੂੰ ਝੂਠੇ ਕੇਸ ਵਿੱਚ ਫਸਾ ਦਿੱਤਾ ਗਿਆ। ਵਿਹੜੇ ਵਾਲੇ ਇਸ ਦੇ ਵਿਰੋਧ ਵਿੱਚ ਇਕੱਠੇ ਤਾਂ ਹੁੰਦੇ ਹਨ, ਪਰ ਆਪਣੇ ਸੀਮਤ ਚੇਤਨਾ ਵਾਲੇ ਦ੍ਰਿਸ਼ਟੀ ਬਿੰਦੂ ਕਾਰਨ ਉਹ ਕੁਝ ਵੀ ਪ੍ਰਾਪਤ ਨਹੀਂ ਕਰ ਸਕਦੇ ਤੇ ਅਸਫਲ ਰਹਿੰਦੇ ਹਨ।
ਜਾਗੀਰਦਾਰੀ ਵਰਗ ਦੀ ਜਿਹੜੀ ਵਿਵਸਥਾ ਹੈ ਉੱਪਰ ਕਾਬਜ਼ ਹੋਣ ਕਾਰਨ ਉਹਨਾਂ ਦੀ ਇੱਕ ਨਹੀਂ ਚੱਲਦੀ, ਨਾ ਹੀ ਉਹ ਚੱਲਣ ਦਿੰਦੇ ਨੇ। ਪ੍ਰੋਫੈਸਰ ਕਿਸ਼ਨ ਸਿੰਘ ਲਿਖਦੇ ਹਨ ਕਿ ਵਿਹੜੇ ਵਾਲਿਆਂ ਦੀ ਚੇਤਨਤਾ ਕਿਸੇ ਅਰਥ ਭਰਪੂਰ ਜਮਾਤੀ ਲੜਾਈ ਨੂੰ ਵਿੰਡਣ ਜਾਂ ਉਸ ਦਾ ਭਾਰ ਚੁੱਕਣ ਜੋਗੀ ਅਜੇ ਬਿਲਕੁਲ ਵੀ ਹੋਈ ਹੀ ਨਹੀਂ। ਸੋ ਇਸ ਵਰਗ ਨਾਲ ਸੰਬੰਧਿਤ ਪਾਤਰਾਂ ਦੇ ਦ੍ਰਿਸ਼ਟੀ ਬਿੰਦੂ ਵਿਚਲੀ ਸੀਮਤ ਚੇਤਨਾ ਇਹਨਾਂ ਨੂੰ ਦੋਹਰਾ ਜਿਹੜਾ ਦੁਖਾਂਤ ਉਹ ਭੋਗਣਾ ਪੈਂਦਾ ਹੈ ਉਸ ਦੇ ਭਾਗੀਦਾਰ ਬਣਦੇ ਹਨ। ਇਹਨਾਂ ਨੂੰ ਦੋਹਰਾ ਦੁੱਖ ਭੋਗਣਾ ਪੈ ਰਿਹਾ ਹੈ। ਨਾਵਲਕਾਰ ਨੇ ਨਿਮਨ ਵਰਗ ਦੀ ਦੁਖਾਂਤਕ ਸਥਿਤੀ ਨੂੰ ਵਿਭਿੰਨ ਦ੍ਰਿਸ਼ਟੀ ਬਿੰਦੂਆਂ ਰਾਹੀਂ ਉਘਾੜ ਕੇ ਇਸ ਨੂੰ ਰਾਹੂ ਤੇ ਕੇਤੂ ਦੀ ਮਿੱਥ ਦੇ ਹਵਾਲੇ ਨਾਲ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਹੈ। ਇਸ ਮਿੱਥ ਅਨੁਸਾਰ ਦੇਵਤਿਆਂ ਅਤੇ ਰਾਖਸ਼ਾਂ ਨੇ ਰਲ ਕੇ ਸਮੁੰਦਰ ਰਿੜਕਿਆ ਤਾਂ ਵਿੱਚੋਂ ਰਤਨ ਅੰਮ੍ਰਿਤ ਨਿਕਲਿਆ। ਇਸ ਉੱਪਰ ਦੋਹਾਂ ਧਿਰਾਂ ਦਾ ਬਰਾਬਰ ਹੱਕ ਸੀ, ਪਰ ਦੇਵਤਿਆਂ ਨੇ ਚਲਾਕੀ ਨਾਲ ਇਸ ਉੱਤੇ ਆਪਣਾ ਕਬਜ਼ਾ ਜਮਾ ਲਿਆ। ਠੀਕ ਇਸੇ ਤਰ੍ਹਾਂ ਪੈਦਾਵਾਰੀ ਸਾਧਨਾ ਰੂਪੀ ਰਤਨ ਅੰਮ੍ਰਿਤ ਉੱਤੇ ਚਲਾਕ ਲੋਕਾਂ ਭਾਵ ਜਿਹੜੇ ਜ਼ਿਮੀਂਦਾਰ ਨੇ ਜਾਂ ਵੱਡੇ ਲੋਕ ਨੇ, ਪੂੰਜੀਪਤੀ ਨੇ, ਉਹਨਾਂ ਨੇ ਕਬਜ਼ਾ ਕਰ ਲਿਆ ਹੈ ਅਤੇ ਮਿਹਨਤਕਸ਼ ਲੋਕ ਹੁਣ ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿ ਰਹੇ ਨੇ। ਹੁਣ ਉੱਪਰਲਾ ਵਰਗ ਮਿਹਨਤਕਸ਼ ਜਮਾਤ ਨੂੰ ਉਸ ਦਾ ਹੱਕ ਆਪਣੀ ਮਰਜ਼ੀ ਅਨੁਸਾਰ ਭੀਖ ਬਣਾ ਕੇ ਦਿੰਦਾ ਹੈ। ਪਰੰਤੂ ਇਸ ਨਾਵਲ ਵਿੱਚ ਸਿਰਜੀ ਗਈ ਨਿਮਨ ਵਰਗ ਦੀ ਦੁਖਾਂਤਕ ਸਥਿਤੀ ਦਾ ਸਮੁੱਚਾ ਪ੍ਰਭਾਵ ਇਸ ਵਰਗ ਪ੍ਰਤੀ ਕਰੁਣਾ ਉਪਜਾਉਣ ਤੱਕ ਹੀ ਮਹਿਦੂਦ ਹੋ ਕੇ ਰਹਿ ਗਿਆ ਹੈ। ਇਸ ਨਾਵਲ ਵਿਚਲੀ ਸਥਿਤੀ ਆਮ ਤੌਰ 'ਤੇ ਵਿਹੜੇ ਵਾਲਿਆਂ ਦੇ ਦ੍ਰਿਸ਼ਟੀ ਬਿੰਦੂ ਤੋਂ ਹੀ ਬਿਆਨ ਕੀਤੀ ਗਈ ਹੈ, ਜੋ ਨਾਵਲਕਾਰ ਦੀ ਪਹਿਲੇ ਨਾਵਲਾਂ ਵਾਲੀ ਵਸਤੂ ਪੂਰਕ ਪਹੁੰਚ ਦੀ ਥਾਂ ਇੱਕ ਪਾਸੜ ਪਹੁੰਚ ਦੀ ਸੂਚਨਾ ਦਿੰਦੀ ਹੈ। ਪਿੰਡ ਦੀ ਹੇਠਲੀ ਕਿਸਾਨੀ ਜਾਂ ਜ਼ਿਮੀਂਦਾਰ ਵਰਗ ਦੇ ਆਪਸੀ ਵਿਰੋਧਾਂ ਨੂੰ ਪ੍ਰਗਟਾਉਂਦੇ ਹੋਏ ਦ੍ਰਿਸ਼ਟੀ ਬਿੰਦੂ ਇਸ ਨਾਵਲ ਦੇ ਬਿਰਤਾਂਤ ਦਾ ਹਿੱਸਾ ਨਹੀਂ ਬਣ ਸਕੇ। ਪਿੰਡ ਦੇ ਜ਼ਿਮੀਂਦਾਰਾਂ ਅਤੇ ਵਿਹੜੇ ਵਾਲਿਆਂ ਦੇ ਸਬੰਧਾਂ ਵਿੱਚ ਵਾਪਰ ਰਹੀ ਤਬਦੀਲੀ ਦੇ ਇਤਿਹਾਸਿਕ ਸਾਂਸਕ੍ਰਿਤਿਕ ਪਿਛੋਕੜ ਨੂੰ ਲੋੜੀਂਦਾ ਵਿਸਥਾਰ ਨਾ ਮਿਲ ਸਕਣ ਕਾਰਨ ਜ਼ਿਮੀਂਦਾਰ ਵਰਗ ਦੀਆਂ ਜਾਤੀਆਂ ਮਕਾਨਕੀ ਕਿਸਮ ਦੀਆਂ ਲੱਗਦੀਆਂ ਹਨ। ਇੰਝ ਲੱਗਦਾ ਹੈ ਜਿਵੇਂ ਜ਼ਿਮੀਂਦਾਰ ਆਪਣੇ ਪਿੰਡ ਦੇ ਕਾਮਿਆਂ ਉੱਤੇ ਜਰਵਾਣਿਆਂ ਵਾਂਗ ਜ਼ੁਲਮ ਕਰ ਰਹੇ ਹਨ। ਇਸ ਕਾਰਨ ਨਾਵਲ ਵਿੱਚ ਸਿਰਜੀ ਗਈ ਸਥਿਤੀ ਨਿਰਧਨ ਕੀਰਤੀ ਮਜ਼ਦੂਰਾਂ ਲਈ ਕਰੁਣਾ ਤਾਂ ਪੈਦਾ ਕਰਦੀ ਹੈ, ਪਰ ਅੰਤਰ ਸ਼੍ਰੇਣਿਕ ਸੰਬੰਧਾਂ ਦੀ ਵਾਸਤਵਿਕਤਾ ਦਾ ਕੋਈ ਡੂੰਘਾ ਗਿਆਨ ਨਹੀਂ ਦਿੰਦੀ। ਸੋ ਇਸ ਨਾਵਲ ਦੇ ਵਿੱਚ ਜਿਹੜਾ ਅਸੀਂ ਇਹ ਨਾਵਲ ਹੁਣ ਡਿਸਕਸ ਕੀਤਾ ਹੈ, ਅੰਨ੍ਹੇ ਘੁੱਟ ਦਾ ਦਾਨ, ਇਸ ਨਾਵਲ ਦੇ ਵਿੱਚ ਗੁਰਦਿਆਲ ਸਿੰਘ ਨੇ ਇਹ ਨਾਵਲ 1978 ਵਿੱਚ ਪ੍ਰਕਾਸ਼ਿਤ ਕੀਤਾ ਸੀਗਾ ਅਤੇ ਉਸ ਦਾ ਇਹ ਜਿਹੜਾ ਨਾਵਲ ਦਾ ਵਿਸ਼ਾ ਹੈ ਉਹ ਪੰਜਾਬੀ ਦਲਿਤ ਦੇ ਜੀਵਨ ਨਾਲ ਸੰਬੰਧਿਤ ਹੈ, ਉਹਨਾਂ ਦੀਆਂ ਸਮੱਸਿਆਵਾਂ ਨਾਲ ਸੰਬੰਧਿਤ ਹੈ। ਇਸ ਨਾਵਲ ਦੇ ਉੱਤੇ ਅੰਨ੍ਹੇ ਘੁੱਟ ਦਾ ਦਾਨ ਨਾਵਲ ਦੇ ਉੱਤੇ 2011 ਦੇ ਵਿੱਚ ਫਿਲਮ ਬਣਾਈ ਗਈ ਸੀ, ਭਾਰਤੀ ਪੰਜਾਬੀ ਫਿਲਮ, ਅਤੇ ਇਸ ਦਾ ਨਿਰਦੇਸ਼ਨ ਗੁਰਵਿੰਦਰ ਸਿੰਘ ਨੇ ਕੀਤਾ ਸੀਗਾ। ਅਤੇ ਇਹ ਜਿਹੜੀ ਕਹਾਣੀ ਹੈ ਇੰਗਲਿਸ਼ ਫਿਲਮ ਬਣੀ ਸੀ ਏਮਸ ਫॉर ਦਾ ਬਲਾਈਂਡ ਹੋਰਸ। ਅਤੇ ਦੂਜੀ ਗੱਲ ਅੰਨ੍ਹੇ ਘੁੱਟ ਦਾ ਦਾਨ ਇਹ ਪੰਜਾਬੀ ਵਿੱਚ ਵੀ ਫਿਲਮ ਮੌਜੂਦ ਹੈ ਸਾਡੇ ਕੋਲ। ਅਤੇ ਇਸ ਤੋਂ ਇਲਾਵਾ ਇਸ ਫਿਲਮ ਨੂੰ ਬਹੁਤ ਸਾਰੇ ਇਨਾਮਾਂ ਦੇ ਨਾਲ ਸਨਮਾਨਿਤ ਕੀਤਾ ਗਿਆ ਸੀਗਾ। ਤੁਸੀਂ YouTube 'ਤੇ ਸਰਚ ਕਰੋਗੇ ਅੰਨ੍ਹੇ ਘੁੱਟ ਦਾ ਦਾਨ ਤਾਂ ਤੁਹਾਨੂੰ ਪੰਜਾਬੀ ਦੇ ਵਿੱਚ ਵੀ ਫਿਲਮ ਮਿਲ ਜਾਏਗੀ, ਉਹਦੇ ਅਲੱਗ-ਅਲੱਗ ਪਾਰਟਸ ਹੋਣਗੇ ਫਿਲਮ ਦੇ ਵਿੱਚ। ਅਤੇ ਇਹ ਸੈਮੂਅਲ ਹੈ ਜਿਸ ਨੇ ਇਸ ਫਿਲਮ ਦੇ ਵਿੱਚ ਮੇਲੂ ਦਾ ਰੋਲ ਕੀਤਾ ਹੈ। ਬਹੁਤ ਵਧੀਆ ਐਕਟਰ ਹੈ ਇਹ, ਇਸ ਦਾ ਰੋਲ ਬਹੁਤ ਵਧੀਆ ਹੈ। ਗੁਰਦਿਆਲ ਸਿੰਘ ਦਾ ਜਿਹੜਾ ਨਾਵਲ ਹੈ ਅੰਨ੍ਹੇ ਘੁੱਟ ਦਾ ਦਾਨ, ਇਹ ਇੱਕ ਮਿੱਥ ਦੇ ਉੱਤੇ ਪ੍ਰਚਲਿਤ ਹੈ। ਰਾਹੂ ਅਤੇ ਕੇਤੂ ਜਦੋਂ ਚੰਦਰਮਾ ਅਤੇ ਸੂਰਜ ਤੋਂ ਆਪਣਾ ਕਰਜ਼ਾ ਲੈਣ ਆਉਂਦੇ ਹਨ ਤਾਂ ਉਹਨਾਂ ਨੂੰ ਗ੍ਰਹਿਣ ਲੱਗਦਾ ਹੈ। ਇਹਨਾਂ ਅਸੁਰਾਂ ਦੇ ਰੱਥਾਂ ਦੇ ਘੋੜੇ ਕਾਲੇ ਰੰਗ ਦੇ ਨੇ ਅਤੇ ਅੰਨ੍ਹੇ ਹਨ, ਇਸ ਲਈ ਦੇਵਤਿਆਂ ਦੇ ਵਾਰਸ ਕਥਿਤ ਉੱਤਮ ਜਾਤੀਆਂ ਜਿਹੜੀਆਂ ਉੱਚੀਆਂ ਨੇ ਆਪਣੇ ਪੁਰਖਿਆਂ ਦਾ ਕਰਜ਼ਾ ਲਾਉਣ ਲਈ ਅਸੁਰਾਂ ਰਾਹੂ ਅਤੇ ਕੇਤੂ ਦੇ ਵਾਰਸਾਂ ਨੂੰ ਜੋ ਕੁਝ ਦਾਨ ਦੇਣ ਲਈ ਜਾਂ ਕਰਜ਼ਾ ਮੋੜਨਾ ਹੈ ਤਾਂ ਅਸੁਰਾਂ ਦੇ ਅੰਨ੍ਹੇ ਘੋੜੇ ਨੂੰ ਉਹਨਾਂ ਦੇ ਰੱਥਾਂ ਨੂੰ ਦੂਰ ਲੈ ਜਾਣ ਅਤੇ ਚੰਦਰਮੇ ਅਤੇ ਸੂਰਜ ਗ੍ਰਹਿਣ ਤੋਂ ਮੁਕਤ ਹੋ ਜਾਣ ਲਈ ਇਸ ਕਥਾ ਦਾ ਕਦੋਂ ਕਿਵੇਂ ਕੀ ਅਤੇ ਕੀ ਰੂਪ ਬਣਿਆ ਹੈ, ਇਸ ਦੇ ਅਨੇਕ ਕਾਰਨ ਹੋ ਸਕਦੇ ਹਨ, ਪਰ ਇਹ ਜਿਹੜੀ ਪ੍ਰਥਾ ਹੈ ਅੱਜ ਤੱਕ ਵੀ ਅਨੇਕ ਪਿੰਡਾਂ ਵਿੱਚ ਕਾਇਮ ਹੈ। ਚੰਦਰਮਾ ਅਤੇ ਸੂਰਜ ਦੇ ਗ੍ਰਹਿਣ ਸਮੇਂ ਪਿੰਡ ਦੇ ਦਲਿਤ ਲੋਕ ਬੋਰੀਆਂ, ਬੱਠਲ, ਪੱਲੜ, ਖੇਸ ਆਦਿ ਲੈ ਕੇ ਪਿੰਡ ਦੀਆਂ ਗਲੀਆਂ ਵਿੱਚ ਹੁੱਕਰੇ ਮਾਰਦੇ ਹਨ। ਅੰਨ੍ਹੇ ਘੁੱਟ ਦਾ ਦਾਨ ਦੇ ਦਿਓ ਬਈ, ਅੰਨ੍ਹੇ ਘੁੱਟ ਦਾ ਦਾਨ। ਉੱਤਮ ਜਾਤੀ ਦੇ ਕਿਸਾਨ, ਮਹਾਜਨ ਕੋਈ ਵੀ ਹੋਣ ਜਿਹੜੇ ਉਹਨਾਂ ਨੂੰ ਅਨਾਜ ਦਿੰਦੇ ਹਨ। ਪੈਸੇ ਲੋਕਾਂ ਕੋਲ ਹੁੰਦੇ ਨਹੀਂ ਸਨ, ਉਹ ਫਿਰ ਜਿਹੜਾ ਦਾਨ ਸੀ ਉਹ ਅਨਾਜ ਦੇ ਰੂਪ ਦੇ ਵਿੱਚ ਦਿੰਦੇ ਸਨ ਅਤੇ ਅਨਾਜ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ।
ਅਤੇ ਇਹ ਪ੍ਰਥਾ ਹੌਲੀ ਹੌਲੀ ਸ਼ਹਿਰਾਂ ਵਿੱਚੋਂ ਤਾਂ ਖਤਮ ਹੋ ਹੀ ਗਈ ਹੈ ਅਤੇ ਪਰ ਅਨੇਕਾਂ ਪਿੰਡਾਂ ਵਿੱਚ ਕਿਤੇ ਕਿਤੇ ਅਜੇ ਵੀ ਜਾਰੀ ਹੈ। ਸੋ ਜਿਹੜਾ ਅੱਜ ਅਸੀਂ ਇਹ ਨਾਵਲ ਕੀਤਾ ਹੈ, ਇਹ ਨਿਮਨ ਕਿਸਾਨੀ ਦੇ ਨਾਲ ਵੀ ਸੰਬੰਧਿਤ ਹੈਗਾ। ਇਹ ਜਿਹੜੀ ਗਰੀਬ ਨਿਮਨ ਵਰਗ ਦੇ ਲੋਕ ਨੇ, ਦਲਿਤ ਲੋਕ ਨੇ, ਜਿਨ੍ਹਾਂ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਹੋ ਰਿਹਾ, ਨਾ ਪਿੰਡਾਂ ਵਿੱਚ ਹੋ ਰਿਹਾ ਨਾ ਸ਼ਹਿਰਾਂ ਵਿੱਚ ਹੋ ਰਿਹਾ, ਉਸ ਨੂੰ ਸੰਬੰਧਿਤ ਹੈ ਇਹ ਸਾਰੇ ਦਾ ਸਾਰਾ ਨਾਵਲ। ਅਤੇ ਇਹ ਬਹੁਤ ਖੂਬਸੂਰਤ ਨਾਵਲ ਹੈ। ਤੁਸੀਂ ਇਸ ਕਿਤਾਬ ਨੂੰ ਪੜ੍ਹਿਓ, ਅੰਨ੍ਹੇ ਘੁੱਟ ਦਾ ਦਾਨ। ਇਸ ਦੇ ਉੱਤੇ ਤੁਹਾਨੂੰ ਕਿਤਾਬ ਵੀ ਮਿਲੂਗੀ ਪੰਜਾਬੀ ਨਾਵਲ ਵਿੱਚ, ਦ੍ਰਿਸ਼ਟੀ ਬਿੰਦੂ ਡਾਕਟਰ ਗੁਰਦਿਆਲ ਸਿੰਘ ਦੀ ਲਿਖੀ ਹੋਈ ਹੈ। ਅਤੇ ਇਸ ਦੇ ਬਾਰੇ ਜਿਹੜੀ ਫਿਲਮ ਹੈਗੀ ਹੈ YouTube 'ਤੇ ਪਈ ਹੈ, ਤੁਸੀਂ ਉਹ 'ਤੇ ਵੀ ਸਰਚ ਕਰਿਓ, ਅੰਨ੍ਹੇ ਘੁੱਟ ਦਾ ਦਾਨ। ਉਹ ਪਾਰਟਸ ਦੇ ਵਿੱਚ ਫਿਲਮ ਹੈ, ਉਸ ਫਿਲਮ ਨੂੰ ਵੀ ਦੇਖਿਓ। ਠੀਕ ਹੈ, ਅੱਜ ਅਸੀਂ ਕੀਤਾ ਹੈ ਅੰਨ੍ਹੇ ਘੁੱਟ ਦਾ ਦਾਨ। ਬਹੁਤ ਬਹੁਤ ਸ਼ੁਕਰੀਆ।